ਮੈਨੂੰ ਕੁਝ ਦੇਰ ਪਹਿਲੇ ਅੱਧਾ ਘੰਟਾ ਪਹਿਲੇ ਇੱਕ ਫੋਨ ਆਇਆ ਸੀ ਕਿ ਇੱਕ ਖਤਰਨਾਕ ਸਨੇਕ ਹੈ ਕਿਸੇ ਦੇ ਘਰ ਦੇ ਇੱਕ ਰੂਮ ਵਿੱਚ ਵੜਿਆ ਹੋਇਆ ਵਾ। ਮੈਂ ਹੁਣ ਸੱਪ ਨੂੰ ਦੇਖਣ ਆਇਆ। ਇਹ ਸੱਪ ਕਿਸ ਪ੍ਰਜਾਤੀ ਦਾ ਵਾ? ਪਹਿਲਾਂ ਤਾਂ ਦੇਖੋ ਅਸੀਂ ਸਨੇਕ ਦੀ ਜਾਨ ਵੀ ਬਚਾਉਣੀ ਹੈ ਔਰ ਇਸ ਘਰ ਦੇ ਬੱਚਿਆਂ ਦੀ ਔਰ ਫੈਮਿਲੀ ਦੀ ਜਾਨ ਵੀ ਬਚਾਉਣੀ ਹੈ। ये स्नेक बहुत ही खतरनाक है। ये स्नेक कोबरा स्नेक है। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਸਨੇਕ ਨੂੰ ਅਸ਼ੋਕ ਜੋਸ਼ੀ ਹੁਣਾਂ ਵੱਲੋਂ ਫੜ ਲਿਆ ਗਿਆ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੱਪ ਵੱਲੋਂ ਜਿਹੜੀ ਆ ਉਹ ਫਨ ਬਣਾਈ ਹੋਈ ਆ। और ये पूरी कोशिश है कि अशोक जोशी मेरे काबू आ जाए और मैंने कट लगा। देखो मैं इसको पहला 6 तो 7 हज़ार सप पकड़ चुके हुए हैं और इस प्रजाति का सप मैं 1000-1500 पकड़ चुके हैं। इसने पॉइजन सुट्टिया अपना जी। इस पॉइजन नाल ही लोग मरते ने। जिस तरह इंसान नूं चिकन मुर्गा बहुत स्वाद लगता है, इन्होंने चूहा और मेंढक बहुत स्वाद लगता है। कोबरा स्नेक का यार 3 करोड़ रुपए किलो है। इसो निशान का दी ਸਕਾਈ ਨਿਊਜ਼ ਪੰਜਾਬ ਤੁਸੀਂ ਦੇਖ ਰਹੇ ਹੋ। ਮੈਂ ਜਗਤਾਰ ਮਾਲਾ। ਅਕਸਰ ਹੀ ਤੁਸੀਂ ਡਿਸਕਵਰੀ ਦੇ ਵਿੱਚ ਵਿਅਕਤੀਆਂ ਨੂੰ ਸੱਪ ਫੜਦਿਆਂ ਵੇਖਿਆ ਹੋਵੇਗਾ। ਇੱਕ ਅੰਮ੍ਰਿਤਸਰ ਦੇ ਐਸੇ ਵਿਅਕਤੀ ਨਾਲ ਮਿਲਾਉਣ ਜਾ ਰਹੇ ਹੋ ਜੋ ਕਾਫੀ ਤਰ੍ਹਾਂ ਦੇ ਸੱਪ ਫੜ ਚੁੱਕੇ ਨੇ, ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਹਰ ਰੋਜ਼ ਲੋਕਾਂ ਦੇ ਘਰਾਂ ਵਿੱਚੋਂ ਸੱਪ ਫੜਦੇ ਨੇ। ਮੈਂ ਗੱਲ ਕਰ ਰਿਹਾ ਹਾਂ ਅਸ਼ੋਕ ਜੋਸ਼ੀ ਹੋਣਾ ਦੀ। ਅੱਜ ਕਿਸੇ ਘਰ ਦੇ ਵਿੱਚ ਪਹੁੰਚੇ ਹੋਏ ਹਾਂ। ਅਸ਼ੋਕ ਜੋਸ਼ੀ ਅੱਜ ਫਿਰ ਕਿਸੇ ਘਰ ਦੇ ਵਿੱਚ ਸੱਪ ਵੜ ਗਿਆ ਹੋਇਆ। ਤਾਂ ਇਹ ਕਮਰਾ ਹੈ ਜਿਸ ਦੇ ਅੰਦਰ ਸੱਪ ਕਹਿੰਦੇ ਵੜੇ ਹੋਏ। ਤਾਂ ਜੋ ਜੋਸ਼ੀ ਸਾਹਿਬ ਵੀ ਪਹੁੰਚੇ ਹੋਏ। ਜੋਸ਼ੀ ਸਾਹਿਬ ਕੀ ਅਪਡੇਟਸ ਕੀ ਹੈਗੀ? ਮੈਨੂੰ ਕੁਝ ਦੇਰ ਪਹਿਲੇ ਅੱਧਾ ਘੰਟਾ ਪਹਿਲੇ ਇੱਕ ਫੋਨ ਆਇਆ ਸੀ ਕਿ ਇੱਕ ਖਤਰਨਾਕ ਸਨੇਕ ਹੈ ਕਿਸੇ ਦੇ ਘਰ ਦੇ ਇੱਕ ਰੂਮ ਵਿੱਚ ਵੜਿਆ ਹੋਇਆ ਵਾ ਔਰ ਉੱਥੇ ਫੈਮਿਲੀ ਰਹਿੰਦੀ, ਛੋਟੇ ਬੱਚੇ ਵੀ ਰਹਿੰਦੇ ਨੇ। ਤੇ ਮੈਂ ਹੁਣ ਸੱਪ ਨੂੰ ਦੇਖਣ ਆਇਆ। ਇਹ ਸੱਪ ਕਿਸ ਪ੍ਰਜਾਤੀ ਦਾ ਵਾ ਔਰ ਜ਼ਿਆਦਾ ਜ਼ਹਿਰੀਲਾ ਵਾ ਜਾਂ ਨਹੀਂ ਜ਼ਿਆਦਾ ਜ਼ਹਿਰੀਲਾ। ਪਹਿਲਾਂ ਤਾਂ ਦੇਖੋ ਅਸੀਂ ਸਨੇਕ ਦੀ ਜਾਨ ਵੀ ਬਚਾਉਣੀ ਹੈ ਔਰ ਇਸ ਘਰ ਦੇ ਬੱਚਿਆਂ ਦੀ ਔਰ ਫੈਮਿਲੀ ਦੀ ਜਾਨ ਵੀ ਬਚਾਉਣੀ ਹੈ ਔਰ ਸਨੇਕ ਨੂੰ ਅਸੀਂ ਬੜੇ ਧਿਆਨ ਨਾਲ ਰੈਸਕਿਊ ਕਰਨਾ ਵਾ, ਆਪਣੇ ਆਪ ਨੂੰ ਵੀ ਸੇਫ ਕਰਨਾ ਵਾ। ਇਸ ਕਰਕੇ ਹੁਣ ਅਸੀਂ ਦੇਖਦੇ ਹਾਂ ਕਿ ਸੱਪ ਕਿੰਨਾ ਲੰਬਾ ਵਾ, ਜ਼ਹਿਰੀਲਾ ਹੈ ਜਾਂ ਨਹੀਂ ਜ਼ਹਿਰੀਲਾ ਹੈ ਔਰ ਆਓ ਅਸੀਂ ਤੁਹਾਨੂੰ ਨਾਲ ਹੀ ਦਿਖਾਉਂਦੇ ਹਾਂ। ਜੀ ਜੋਸ਼ੀ ਸਾਹਿਬ ਤੁਸੀਂ ਕਰ ਸਕਦੇ ਹੋ, ਆਪਣਾ ਕੰਮ ਕਰੋ। ਅਸੀਂ ਨਾਲ ਨਾਲ ਦਰਸ਼ਕਾਂ ਦੇ ਨਾਲ ਇਹ ਗੱਲਬਾਤ ਵੀ ਕਰਦੇ ਰਹਾਂਗੇ। ਤਾਂ ਪੂਰੀ ਜਾਣਕਾਰੀ ਜਿਹੜੀ ਆ ਜੋਸ਼ੀ ਸਾਹਿਬ ਕੋਲ ਅਸੀਂ ਬਾਅਦ ਵਿੱਚ ਲਵਾਂਗੇ। ਅੱਜ ਤੱਕ ਉਹ ਕਿੰਨੇ ਸੱਪ ਫੜ ਚੁੱਕੇ ਨੇ, ਤਾਂ ਕਿਸ ਕਿਸ ਪ੍ਰਕਾਰ ਦੇ ਜਿਹੜੇ ਇਹਨਾਂ ਵੱਲੋਂ ਸੱਪ ਫੜੇ ਗਏ ਨੇ। ਤਾਂ ਹੁਣ ਅਸੀਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ। ਅਸ਼ੋਕ ਜੋਸ਼ੀ ਜਿਹੜੇ ਨੇ ਉਹ ਸੱਪ ਨੂੰ ਫੜਨਗੇ। ਇਸ ਕਮਰੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜਾ ਸੱਪ ਉਹ ਵੜਿਆ ਹੋਇਆ ਹੈ। ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸ਼ੋਕ ਜੋਸ਼ੀ ਹੁਣਾਂ ਵੱਲੋਂ ਘਰ ਦੇ ਵਿੱਚ ਜਿਹੜਾ ਸਮਾਨ ਪਿਆ ਹੋਇਆ ਉਹਨੂੰ ਇੱਧਰ ਉੱਧਰ ਕਰਕੇ ਸੱਪ ਨੂੰ ਲੱਭਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਵੱਲੋਂ ਆਪਣੇ ਜਿਹੜੇ ਸ਼ਾਸਤਰ ਰੱਖੇ ਹੋਏ ਨੇ, ਜਿਹੜੇ ਹਥਿਆਰ ਰੱਖੇ ਨੇ, ਉਹਨਾਂ ਦੇ ਨਾਲ ਜਿਹੜਾ ਇਹ ਸੱਪ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਨੇ ਅਸ਼ੋਕ ਜੋਸ਼ੀ ਜੀ।
ਇਹ ਸਨੇਕ ਬਹੁਤ ਹੀ ਖਤਰਨਾਕ ਹੈ। ਇਹ ਸਨੇਕ ਕੋਬਰਾ ਸਨੇਕ ਹੈ ਔਰ ਇਹਦੀ ਲਗਭਗ ਲੱਗ ਰਿਹਾ ਮੈਨੂੰ ਕਿ ਉਮਰ 15 ਤੋਂ 20 ਸਾਲ ਪੁਰਾਣਾ ਹੈ। ਔਰ ਸੈਕੰਡਲੀ ਇੰਡੀਆ ਦਾ ਤੀਸਰੇ ਨੰਬਰ ਦਾ ਸਭ ਤੋਂ ਜ਼ਹਿਰੀਲਾ ਸਨੇਕ ਹੈ। ਪਹਿਲੇ ਨੰਬਰ ਦਾ ਰਸਲ ਵਾਈਪਰ ਹੁੰਦਾ ਹੈ, ਦੂਸਰੇ ਨੰਬਰ ਤੇ ਕਰੇਟ ਹੁੰਦਾ ਹੈ ਔਰ ਤੀਸਰੇ ਨੰਬਰ ਤੇ ਇਹਨੂੰ ਫਨੀਅਰ ਔਰ ਕੋਬਰਾ ਸੱਪ ਕਿਹਾ ਜਾਂਦਾ ਹੈ। ਜਿਹਦੇ ਤੁਸੀਂ ਸਭ ਤੋਂ ਪਹਿਲਾਂ ਤੇ ਸਾਡੇ ਦਰਸ਼ਕਾਂ ਨੂੰ ਇਹ ਸੱਪ ਬਾਹਰ ਕੱਢ ਕੇ ਦਿਖਾਓਗੇ ਤਾਂ ਪੂਰੀ ਗੱਲਬਾਤ ਜਿਹੜੀ ਹੈ ਇਸ ਦੇ ਬਾਰੇ ਆਪਾਂ ਜਾਣਕਾਰੀ ਵੀ ਜਿਹੜੀ ਆਪਣੇ ਦਰਸ਼ਕਾਂ ਨੂੰ ਦੇਵਾਂਗੇ, ਨਾਲ ਖੁਦ ਵੀ ਵੇਖਾਂਗੇ ਕਿ ਕਿਸ ਤਰੀਕੇ ਦਾ ਇਹ ਸੱਪ ਤੇ ਕਿੰਨਾ ਕੁ ਜ਼ਹਿਰੀਲਾ ਸੱਪ ਹੈ। ਤੁਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਪ੍ਰੋਪਰ ਤਰੀਕੇ ਦੇ ਨਾਲ ਇਹ ਤਸਵੀਰਾਂ ਜਿਹੜੀਆਂ ਦਿਖਾਈਆਂ ਜਾਣ, ਕਿਉਂਕਿ ਆਮ ਹੀ ਘਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੋ ਜਾਂਦੀਆਂ ਨੇ, ਸ਼ਾਇਦ ਲੋਕਾਂ ਤੱਕ ਇਹ ਜਿਹੜੀ ਚੀਜ਼ ਆ ਨਹੀਂ ਪਹੁੰਚਦੀ। ਤਾਂ ਹੁਣ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਬਚਿਆ ਵੀ ਜਾ ਸਕਦਾ ਹੈ। ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਸਨੇਕ ਨੂੰ ਅਸ਼ੋਕ ਜੋਸ਼ੀ ਹੋਣਾ ਵੱਲੋਂ ਫੜ ਲਿਆ ਗਿਆ। ਜੋਸ਼ੀ ਸਾਹਿਬ, ਆਮ ਸੁਣਿਆ ਸੀ ਕਿ ਫਨੀਅਰ ਸੱਪ ਹੁੰਦੇ ਨੇ, ਕੀ ਲੱਗਦਾ ਇਹ ਉਹ ਫਨੀਅਰ ਸੱਪ ਆ ਜੀ? ਇਹ ਫਨੀਅਰ ਸੱਪ ਹੈ ਜਿਹਨੂੰ ਕੋਬਰਾ ਵੀ ਕਿਹਾ ਜਾਂਦਾ ਹੈ ਜੀ। ਇਹਦੇ ਵਿੱਚ ਬਹੁਤ ਨਿਊਰੋਟੌਕਸਿਨ ਹੁੰਦੇ ਆ, ਵੈਨੋਮਸ ਹੈ। ਇਹਦੇ ਕੱਟਣ ਤੇ ਆਦਮੀ ਅੱਧੇ ਘੰਟੇ ਦੇ ਵਿੱਚ ਜਾਂ 35-40 ਮਿੰਟ ਦੇ ਵਿੱਚ ਐਕਸਪਾਇਰ ਹੋ ਜਾਂਦਾ ਹੈ। ਲਗਾਤਾਰ ਤੁਸੀਂ ਇਹ ਤਸਵੀਰਾਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਫਨੀਅਰ ਸੱਪ ਜਿਹੜਾ ਇਹ ਫੜਿਆ ਹੋਇਆ, ਇਹ ਕਿਸੇ ਘਰ ਦੇ ਵਿੱਚ ਅਚਾਨਕ ਬਾਹਰੋਂ ਆਣ ਕੇ ਕਿਤੇ ਵੜ ਗਿਆ ਸੀ। ਤਾਂ ਘਰ ਵਾਲਿਆਂ ਨੇ ਅਸ਼ੋਕ ਜੋਸ਼ੀ ਹੋਣਾ ਨੂੰ ਫੋਨ ਕੀਤਾ ਤੇ ਇਹਨਾਂ ਦੇ ਵੱਲੋਂ ਆਪਣੇ ਢੰਗ ਤਰੀਕੇ ਦੇ ਨਾਲ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਜਿਹੜਾ ਇਸ ਕੋਬਰਾ ਸੱਪ, ਫਨੀਅਰ ਸੱਪ, ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੱਪ ਵੱਲੋਂ ਜਿਹੜੀ ਆ ਉਹ ਫਨ ਬਣਾਈ ਹੋਈ ਆ। ਜੋਸ਼ੀ ਸਾਹਿਬ, ਇਹ ਆਵਾਜ਼ ਕਿਸ ਤਰ੍ਹਾਂ ਦੀ ਕਰ ਰਿਹਾ ਸੱਪ? ਇਹ ਡਰਾਉਣ ਦੀ ਕੋਸ਼ਿਸ਼ ਕਰਦਾ ਪਿਆ ਵਾ ਔਰ ਤੁਹਾਨੂੰ ਅਵੇਅਰ ਕਰਦਾ ਪਿਆ ਵਾ ਕਿ ਮੇਰੇ ਕੋਲੋਂ ਪਿੱਛੇ ਹਟ ਜਾਓ, ਨਹੀਂ ਤੇ ਮੈਂ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਜੀ। ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਫਨੀਅਰ ਕੋਬਰਾ ਸੱਪ ਜਿਹੜਾ ਆਪਣੇ ਹੱਥ ਦੇ ਵਿੱਚ ਫੜ ਲਿਆ ਹੋਇਆ, ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ। ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਕੀ ਦਿਖ ਰਿਹਾ ਅਸ਼ੋਕ ਜੀ? ਕੀ ਇਹਦੇ ਫੇਸ ਦੇ ਅੰਦਰ ਕੀ ਦਿਖ ਰਿਹਾ, ਇਹਦੇ ਮੂੰਹ ਦੇ ਅੰਦਰ? ਇਸ ਦੇ ਅੰਦਰ ਇੱਕ ਤਾਂ ਇਹਦੀ ਜ਼ੁਬਾਨ ਦਿਖਦੀ ਪਈ ਹੈ, ਇੱਕ ਇਹਦਾ ਪੋਇਜ਼ਨ ਵਾਲਾ ਜ਼ਹਿਰ ਵਾਲਾ ਛਾਲਾ ਦਿਖਦਾ ਪਿਆ ਵਾ, ਇੱਕ ਇਹਦੇ ਦੰਦ ਦਿਖਦੇ ਪਏ ਨੇ। ਔਰ ਇਹ ਪੂਰੀ ਕੋਸ਼ਿਸ਼ 'ਚ ਹੈ ਕਿ ਅਸ਼ੋਕ ਜੋਸ਼ੀ ਮੇਰੇ ਕਾਬੂ ਆ ਜਾਏ ਔਰ ਇਹਨੂੰ ਮੈਂ ਕੱਟ ਲਵਾਂ। ਦੇਖੋ ਜੀ, ਆ ਦੇਖੋ, ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕਿੰਨਾ ਖਤਰਨਾਕ ਸੱਪ ਜਿਹੜਾ ਕੈਮਰਾਮੈਨ ਕੋਲ ਸਾਹਮਣੇ ਹੋ ਕੇ ਦੀਆਂ ਤਸਵੀਰਾਂ, ਕਿਸ ਤਰੀਕੇ ਦੇ ਨਾਲ ਉਹ ਆਪਣਾ ਡੰਗ ਮਾਰਨ ਦੀ ਕੋਸ਼ਿਸ਼ ਕਰ ਰਿਹਾ। ਜੋਸ਼ੀ ਸਾਹਿਬ, ਤੁਸੀਂ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਸੱਪ ਫੜ ਚੁੱਕੇ ਹੋ? ਮੈਂ ਇਸ ਤੋਂ ਪਹਿਲਾਂ 6 ਤੋਂ 7,000 ਸੱਪ ਪਕੜ ਚੁੱਕਿਆ ਹੋਇਆ ਵਾਂ ਔਰ ਇਸ ਪ੍ਰਜਾਤੀ ਦਾ ਸੱਪ ਮੈਂ 1000-1500 ਪਕੜ ਚੁੱਕਿਆ ਹੋਇਆ ਵਾਂ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੱਪ ਨੂੰ ਫੜ ਲਿਆ ਹੋਇਆ। ਤਾਂ ਹੁਣ ਮੈਨੂੰ ਲੱਗਦਾ ਹੈ ਕਿ ਕਿਸੇ ਚੀਜ਼ ਦੇ ਵਿੱਚ ਇਸ ਨੂੰ ਬੰਦ ਕੀਤਾ ਜਾਵੇਗਾ। ਇਹਦੇ ਨਾਲ ਅਸੀਂ ਪੂਰੀ ਗੱਲਬਾਤ ਵੀ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਸੱਪ ਨੂੰ ਜਿਹੜਾ ਆ ਕਿੱਥੇ ਰੱਖਿਆ ਜਾਵੇਗਾ, ਕਿੰਨੇ ਚਿਰ ਵਾਸਤੇ ਰੱਖਿਆ ਜਾਵੇਗਾ। ਮੈਂ ਇੱਕ ਤੁਹਾਨੂੰ ਦੱਸ ਦਿਆਂ ਕਿ ਜਿਹੜੇ ਅਸ਼ੋਕ ਜੋਸ਼ੀ ਜੀ ਨੇ, ਇਹ ਇੰਸਪੈਕਟਰ ਨੇ, ਤਾਂ ਜਿਸ ਦੇ ਨਾਲ ਇਹ ਇੱਕ ਸਮਾਜ ਸੇਵਾ ਵਾਲਾ ਕੰਮ ਵੀ ਕਰ ਰਹੇ ਨੇ। ਲਗਾਤਾਰ ਕਿਸੇ ਘਰ ਦੇ ਵਿੱਚ, ਬਿਲਡਿੰਗ ਦੇ ਵਿੱਚ, ਫੈਕਟਰੀ ਦੇ ਵਿੱਚ ਕਿਤੇ ਵੀ ਕਿਸੇ ਤਰ੍ਹਾਂ ਦਾ ਸਨੇਕ ਜਿਹੜਾ ਸੱਪ ਆ ਜਾਂਦਾ, ਜਿੰਨਾ ਮਰਜ਼ੀ ਜ਼ਹਿਰੀਲਾ ਹੋਵੇ, ਤਾਂ ਇਹ ਹਰ ਹਾਲ ਦੇ ਵਿੱਚ ਉਸ ਨੂੰ ਪਕੜਦੇ ਨੇ। ਤਾਂ ਪੂਰੀ ਗੱਲਬਾਤ ਵੀ ਉਹਨਾਂ ਦੇ ਨਾਲ ਕਰਾਂਗੇ। ਹੁਣ ਉਹਨਾਂ ਦੇ ਵੱਲੋਂ ਇਸ ਨੂੰ ਫੜ ਕੇ ਇੱਕ ਵਾਰੀ ਫਿਰ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਨੇ ਪੋਇਜ਼ਨ ਸੁੱਟਿਆ ਆਪਣਾ ਜੀ। ਇਸ ਪੋਇਜ਼ਨ ਨਾਲ ਇਹ ਲੋਕ ਮਰਦੇ ਨੇ। ਇਸ ਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਆਪਣੇ ਮੂੰਹ ਦੇ ਵਿੱਚੋਂ ਜ਼ੋਰ ਨਾਲ, ਪ੍ਰੈਸ਼ਰ ਨਾਲ ਪੋਇਜ਼ਨ ਮੇਰੇ ਤੇ ਪਾਉਣ ਦੀ।
ਇਹ ਜ਼ਹਿਰ ਸੀਗਾ ਜੋਸ਼ੀ ਸਾਹਿਬ? ਹਾਂਜੀ ਇਹ ਜ਼ਹਿਰ ਸੀ ਜੀ। ਤਾਂ ਤੁਸੀਂ ਵੇਖ ਸਕਦੇ ਹੋ ਬਾਕਸ ਦੇ ਵਿੱਚ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਕਾਫੀ ਖਤਰਨਾਕ ਜਿਹੜਾ ਇਹ ਸੱਪ ਦੱਸਿਆ ਜਾ ਰਿਹਾ। ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੱਪ ਦੇ ਵੱਲੋਂ ਆਪਣੀ ਫਨ ਬਣਾਈ ਹੋਈ ਆ। ਕਾਫੀ ਖਤਰਨਾਕ ਇਸ ਨੂੰ ਦੱਸਿਆ ਜਾ ਰਿਹਾ ਹੈ ਤੇ ਮੈਂ ਜੋਸ਼ੀ ਸਾਹਿਬ ਨੂੰ ਕਹਾਂਗਾ ਕਿ ਗੱਲਬਾਤ ਜੋਸ਼ੀ ਸਾਹਿਬ ਦੇ ਨਾਲ ਪੂਰੀ ਕਰਾਂਗੇ। ਜੋਸ਼ੀ ਸਾਹਿਬ, ਸਭ ਤੋਂ ਪਹਿਲਾਂ ਤੇ ਇਸ ਸਨੇਕ ਦੇ ਬਾਰੇ ਸਾਨੂੰ ਦੱਸੋ ਕਿ ਇਸ ਨੂੰ ਕਿਹਾ ਕੀ ਜਾਂਦਾ ਹੈ? ਇਸ ਸਨੇਕ ਨੂੰ ਕੋਬਰਾ ਸਨੇਕ ਕਿਹਾ ਜਾਂਦਾ ਹੈ ਔਰ ਇਸ ਨੂੰ ਸਪੈਕਟੀਕਲ ਕੋਬਰਾ ਵੀ ਕਿਹਾ ਜਾਂਦਾ ਹੈ। ਇਹਦੇ ਤੇ ਸਪੈਕਟੀਕਲ ਨਿਸ਼ਾਨ ਪਿੱਛੇ ਹੁੰਦੇ ਨੇ, ਸਪੈਕਸ ਜਿਸ ਤਰ੍ਹਾਂ, ਔਰ ਇਹੋ ਹੀ ਨਿਸ਼ਾਨ ਅਸੀਂ ਸ਼ਿਵਲਿੰਗ ਤੇ ਵੀ ਦੇਖਦੇ ਹਾਂ। ਸ਼ਿਵਜੀ ਮਹਾਰਾਜ ਨੇ ਵੀ ਸਾਰਾ ਕੋਬਰਾ ਸਨੇਕ ਹੀ ਆਪਣੇ ਗਲ 'ਚ ਬਾਹਾਂ 'ਚ ਸ਼ਿਵਜੀ ਮਹਾਰਾਜ ਦੇ ਤੇ ਗਹਿਣੇ ਹੈਗੇ ਆ। ਪਰ ਇਹ ਬਹੁਤ ਜ਼ਹਿਰੀਲਾ ਔਰ ਬਹੁਤ ਖੁੰਦਕੀ ਸਨੇਕ ਹੈ ਜਿਹਦੇ ਕੱਟਣ ਨਾਲ ਇਨਸਾਨ ਲਗਭਗ ਅੱਧਾ ਪੌਣਾ ਘੰਟਾ ਮੈਕਸੀਮਮ ਜਿੰਦਾ ਰਹਿੰਦਾ। ਜੇਕਰ ਹਸਪੀਟਲ ਨਾ ਇਸ ਟਾਈਮ ਤੇ ਪਹੁੰਚ ਸਕੇ ਤਾਂ ਸ਼ਾਇਦ ਹੀ ਇਨਸਾਨ ਜਿੰਦਾ ਬਚ ਸਕੇ। ਔਰ ਇਹਨਾਂ ਜ਼ਹਿਰੀਲਾ ਦੱਸ ਰਹੇ ਸੀ ਕਿ ਹਿੰਦੁਸਤਾਨ ਦਾ ਤੀਸਰਾ ਸੱਪ ਆ ਖਤਰਨਾਕ। ਪਹਿਲਾ ਕਿਹੜਾ ਹੁੰਦਾ, ਦੂਜਾ ਤੇ ਤੀਜਾ ਇਹ ਕਿਵੇਂ? ਪਹਿਲਾ ਰਸਲ ਵਾਈਪਰ ਹੈ ਜਿਹਦੇ ਕੱਟਣ ਨਾਲ ਇਨਸਾਨ 10-15 ਮਿੰਟ ਜਿੰਦਾ ਰਹਿੰਦਾ ਹੈ ਔਰ ਉਹ ਇੰਡੀਆ ਦਾ 1 ਨੰਬਰ ਤੇ ਜ਼ਹਿਰੀਲਾ ਔਰ ਖਤਰਨਾਕ ਸੱਪ ਹੈ। ਦੂਸਰਾ ਕੋਮਨ ਕਰੇਟ ਸਨੇਕ ਜਿਹੜਾ ਵਾ ਉਹ ਵੀ ਬਹੁਤ ਖਤਰਨਾਕ ਹੈ। ਉਹਦੇ ਕੱਟਣ ਨਾਲ ਵੀ ਇੱਕ ਬੂੰਦ ਜ਼ਹਿਰ ਨਾਲ ਵੀ 50-60 ਬੰਦੇ ਮਰਦੇ ਨੇ ਉਹਦੇ ਨਾਲ ਵੀ। ਔਰ ਉਹ ਰਾਤੀ ਜ਼ਿਆਦਾ ਸਕਰੀਏ ਹੁੰਦਾ, ਦਿਨ ਵੇਲੇ ਥੋੜ੍ਹਾ ਸੁਸਤ ਹੁੰਦਾ। ਤੀਸਰੇ ਨੰਬਰ ਤੇ ਇੱਕ ਕੋਬਰਾ ਸਨੇਕ ਹੈ। ਸਾਨੂੰ ਇਹ ਬਹੁਤ ਪਸੰਦ ਹੈ, ਬਹੁਤ ਅੱਛਾ ਲੱਗਦਾ ਹੈ। ਇਸ ਕਰਕੇ ਇਹ ਵਾਰਨ ਜ਼ਰੂਰ ਕਰਦਾ। ਬਾਕੀ ਸਨੇਕ ਵਾਰਨ ਨਹੀਂ ਕਰਦੇ, ਇਹ ਫੂਕਾਂ ਮਾਰ ਕੇ ਆਵਾਜ਼ਾਂ ਕੱਢ ਕੇ ਵਾਰਨ ਕਰਦਾ, ਮੇਰੇ ਤੋਂ ਦੂਰ ਹੋ ਜਾਓ, ਮੇਰੇ ਕੋਲੋਂ ਬਚ ਜਾਓ, ਨਹੀਂ ਤਾਂ ਮੈਂ ਤੁਹਾਨੂੰ ਨਹੀਂ ਜੇ ਛੱਡਣਾ। ਜੋਸ਼ੀ ਸਾਹਿਬ, ਗੱਲ ਕਰੀਏ ਕਿ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਹੋ ਜਾਂਦੀਆਂ ਸੱਪ ਲੜਨ ਦੇ ਨਾਲ, ਤੇ ਤੁਸੀਂ ਕਿੰਨੇ ਕੁ ਸੱਪ ਜਿਹੜੇ ਉਹ ਫੜ ਚੁੱਕੇ ਹੋ? ਕਦੀ ਕਿਸੇ ਸਨੇਕ ਨੇ ਤੁਹਾਨੂੰ ਖਤਰਾ ਪਹੁੰਚਾਇਆ? ਮੈਂ ਲਗਭਗ 6,500 ਜਾਂ 7,000 ਸੱਪ ਪਕੜ ਚੁੱਕਿਆ ਹੋਇਆ ਵਾਂ। ਅੱਜ ਤੱਕ ਕਿਸੇ ਵੀ ਖਤਰਨਾਕ ਸੱਪ ਨੇ ਮੈਨੂੰ ਨਹੀਂ ਕੱਟਿਆ। ਮੈਂ ਉਹਨਾਂ ਨੂੰ ਕੱਟਣ ਦਾ ਮੌਕਾ ਨਹੀਂ ਦਿੱਤਾ। ਉਹਦਾ ਰੀਜ਼ਨ ਇਹ ਹੈ, ਜਿੰਨਾ ਵੀ ਸੱਪ ਐਕਟਿਵ ਹੋਏਗਾ ਉਹਦੇ ਨਾਲੋਂ ਸਾਨੂੰ ਡਬਲ ਐਕਟਿਵ ਹੋਣਾ ਪਏਗਾ। ਜਿਸ ਤਰ੍ਹਾਂ ਉਹਦਾ ਦਿਮਾਗ ਕੰਮ ਕਰਦਾ ਉਹਦੇ ਨਾਲੋਂ ਜ਼ਿਆਦਾ ਸਾਨੂੰ ਬ੍ਰੇਨੀ ਹੋਣਾ ਪਏਗਾ। ਦਿਮਾਗ ਨੂੰ ਅਸੀਂ ਕਹਿੰਦੇ ਹਾਂ, ਜਦ ਕਿ ਜਦੋਂ ਸੱਪ ਅਸੀਂ ਦੇਖਦੇ ਹਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿਸ ਪ੍ਰਜਾਤੀ ਦਾ ਵਾ, ਇਹਦਾ ਸੁਭਾਅ ਕਿਹੋ ਜਿਹਾ ਵਾ, ਇਹ ਐਕਟਿਵ ਕਿੰਨਾ ਕੁ ਹੈ, ਇਸ 'ਚ ਜ਼ਹਿਰ ਕਿੰਨਾ ਕੁ ਹੈ, ਇਹ ਜ਼ਹਿਰੀਲਾ ਕਿੰਨਾ ਕੁ ਹੈ, ਕਿੰਨੇ ਚਿਰ ਬਾਅਦ ਬੰਦੇ ਨੂੰ ਇਹ ਕਿਸ ਤਰੀਕੇ ਨਾਲ ਮਾਰ ਸਕਦਾ ਵਾ। ਇਸ ਕਰਕੇ ਅਸੀਂ ਉਸੇ ਹਿਸਾਬ ਨਾਲ ਹੀ ਆਪਣੇ ਆਪ ਨੂੰ ਮੋਲਡ ਕਰ ਲੈਂਦੇ ਹਾਂ। ਜਿਸ ਤਰ੍ਹਾਂ ਹੁਣ ਕੋਬਰਾ ਵਾ, ਅਸੀਂ ਬੜੇ ਐਕਟਿਵ ਹੋ ਕੇ ਬੜੇ ਦਿਮਾਗ ਔਰ ਦਿਲ ਦੋਨਾਂ ਨੂੰ ਆਪਣੀ ਮੁੱਠੀ 'ਚ ਰੱਖਦੇ ਹੋਏ ਇਹਨੂੰ ਪਕੜਦੇ ਹਾਂ। ਸਿਰਫ ਜੇ ਦਿਲ ਨਾਲ ਹੀ ਪਕੜਾਂਗੇ ਅਸੀਂ ਇਹਨੂੰ, ਤੇ ਜੇਕਰ ਅਸੀਂ ਦਿਲ ਨਾਲ ਇਹਨੂੰ ਪਕੜਾਂਗੇ ਤਾਂ ਜ਼ਿਆਦਾ ਦਲੇਰੀ ਅੱਛੀ ਨਹੀਂ ਹੈ। ਨਾਲ ਦਿਮਾਗ ਵੀ ਉਨਾ ਹੀ ਯੂਜ਼ ਕਰਨਾ ਪੈਂਦਾ ਹੈ ਕਿ ਸਾਡਾ ਬਚਾਅ ਹੋ ਜੇ ਔਰ ਜਾਨਵਰ ਦਾ ਵੀ ਬਚਾਅ ਹੋਵੇ। ਇਹਦੀ ਫਨ ਦੇਖਿਆ ਸੀ, ਜਿਵੇਂ ਉਹਨੇ ਫਨ ਕੀਤੀ ਹੋਈ ਹੈ, ਤਾਂ ਫਨ ਦੇ ਉੱਤੇ ਕੁਝ ਲਿਖਿਆ ਨਜ਼ਰ ਆ ਰਿਹਾ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਜ਼ੂਮ ਇਨ ਕਰਕੇ, ਬੇਸ਼ੱਕ ਕੁਆਲਿਟੀ ਜਿਹੜੀ ਹੈ ਉਹ ਡੱਬੇ ਦਾ ਕਰਕੇ ਠੀਕ ਨਹੀਂ ਨਜ਼ਰ ਆ ਗਈ, ਫਨ ਦੇ ਉੱਪਰ ਕੁਝ ਨਜ਼ਰ ਆ ਰਿਹਾ। ਕੀ ਚੀਜ਼ ਕੀ ਹੈ? ਤੁਸੀਂ ਕਾਫੀ ਸੱਪ ਜਿਹੜੇ ਦੇ ਨਾਲ ਦੇ ਫੜ ਚੁੱਕੇ ਹੋ। ਇਸੇ ਕਰਕੇ ਇਹਨੂੰ ਸਪੈਕਟੀਕਲ ਕੋਬਰਾ ਕਿਹਾ ਜਾਂਦਾ ਵਾ। ਇਹੋ ਹੀ ਇਹਦੀ ਨਿਸ਼ਾਨੀ ਹੈ ਕੋਬਰੇ ਦੀ। ਔਰ ਇਸ ਦੀ ਪ੍ਰਜਾਤੀ ਕਈ ਬਿਨਾਂ ਨਿਸ਼ਾਨ ਤੋਂ ਵੀ ਹੁੰਦੇ ਨੇ, ਪਰ ਇਹ ਬਹੁਤ ਐਕਟਿਵ ਔਰ ਬਹੁਤ ਜ਼ਹਿਰੀਲਾ ਗਿਣਿਆ ਗਿਆ ਜਿਹਨੂੰ ਇਹ ਨਿਸ਼ਾਨ ਹੋਵੇ। ਤਾਂ ਜੋਸ਼ੀ ਸਾਹਿਬ, ਕਿਵੇਂ ਤੁਹਾਨੂੰ ਸ਼ੌਂਕ ਕਿਵੇਂ ਪਿਆ ਇਹਨਾਂ ਨੂੰ, ਜਾਨਵਰਾਂ ਨੂੰ ਫੜਨ ਦਾ? ਐਕਚੁਅਲੀ ਮੈਂ ਅੰਡਰ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ 'ਚ ਇੰਸਪੈਕਟਰ ਸੀ, ਜਿਹਨੂੰ ਅਸੀਂ SPCA ਵੀ ਕਹਿ ਸਕਦੇ ਹਾਂ। ਅੰਮ੍ਰਿਤਸਰ ਦੇ ਵਿੱਚ ਮੈਂ 20 ਸਾਲ ਸਰਵਿਸ ਕੀਤੀ ਸੀ। ਇਹਦੇ ਵਿੱਚ ਮੈਂ ਡਿਸਟ੍ਰਿਕਟ ਇੰਚਾਰਜ ਵੀ ਸੀ ਔਰ ਮੇਰੇ ਕੋਲ ਚਾਰਜ ਸੀ ਕਿ ਪੂਰੇ ਡਿਸਟ੍ਰਿਕਟ ਦੇ ਵਿੱਚ ਜੇ ਕਿਤੇ ਕੋਈ ਜਾਨਵਰਾਂ 'ਤੇ ਕਰਿਓਲਿਟੀ ਕਰਦਾ ਹੈ ਤਾਂ ਉਹ ਕਰਿਓਲਿਟੀ ਨੂੰ ਰੋਕਣਾ, ਜੇ ਕੋਈ ਨਹੀਂ ਰੁਕਦਾ ਤਾਂ ਉਹਦੇ 'ਤੇ ਅਸੀਂ ਕਾਨੂੰਨੀ ਕਾਰਵਾਈ ਕਰਦੇ ਸੀ। ਔਰ ਜਾਨਵਰਾਂ ਦੀ, ਹਰ ਤਰ੍ਹਾਂ ਦੇ ਜਾਨਵਰਾਂ ਦੀ ਅਸੀਂ ਜਾਨ ਜ਼ਰੂਰ ਬਚਾਉਣੀ ਹੁੰਦੀ ਹੈ। ਜਾਨਵਰਾਂ ਦੇ ਨਾਲ ਅਸੀਂ ਸ਼ਹਿਰ ਨਿਵਾਸੀਆਂ ਦੀ, ਆਪਣੇ ਜਿੰਨੇ ਵੀ ਹਿੰਦੁਸਤਾਨੀ ਨੇ, ਡਿਸਟ੍ਰਿਕਟ ਦੇ ਨੇ, ਉਹਨਾਂ ਦੀ ਜਾਨ ਵੀ ਜ਼ਰੂਰੀ ਬਚਾਉਣੀ ਆ। ਰਾਤੀ ਮੈਨੂੰ ਕੋਈ 2 ਵਜੇ ਵੀ ਫੋਨ ਕਰੇਗਾ, ਮੇਰਾ ਫੋਨ ਚਾਲੂ ਹੁੰਦਾ, ਮੈਂ ਜ਼ਰੂਰ ਜਾ ਕੇ ਹਰ ਇੱਕ ਦੀ ਜਾਨ ਬਚਾਉਂਦਾ ਵਾਂ। ਔਰ ਰਾਤੀ 2 ਵਜੇ ਵੀ ਇਸ ਨੂੰ ਮੈਂ ਬਹੁਤ ਲੇਟ ਪਕੜ ਕੇ ਲੈ ਆਉਂਦਾ ਹੁੰਦਾ ਵਾਂ ਬਾਕੀ ਸਨੇਕਾਂ ਨੂੰ ਵੀ। ਔਰ ਜਿਸ ਤਰ੍ਹਾਂ ਇਹ ਪਕੜਿਆ ਵਾ, ਮੈਨੂੰ ਹੁਣੇ ਹੀ ਫੋਨ ਆਇਆ ਸੀ ਤਾਂ ਮੈਂ 20-25 ਮਿੰਟ ਦੇ ਵਿੱਚ ਹੀ ਮੈਂ ਬਹੁਤ ਦੂਰੋਂ ਇੱਥੇ ਬੜੀ ਫਾਸਟ ਪਹੁੰਚ ਗਿਆ ਔਰ ਇਹਨੂੰ ਆਪਣੇ ਕਬਜ਼ੇ 'ਚ ਲੈ ਲਿਆ ਤਾਂ ਕਿ ਕਿਸੇ ਇਨਸਾਨ ਨੂੰ, ਕਿਸੇ ਬੱਚੇ ਨੂੰ ਨੁਕਸਾਨ ਨਾ ਪਹੁੰਚਾ ਪਾਏ ਜਾਂ ਕੋਈ ਇਨਸਾਨ
ਇਹਨੂੰ ਨਾ ਮਾਰ ਪਾਏ। ਅਸ਼ੋਕ ਜੀ, ਜੇ ਗੱਲ ਕਰੀਏ ਕਿ ਹੁਣ ਤੱਕ ਤੁਸੀਂ ਦੱਸਿਆ ਕਿ ਤੁਸੀਂ ਹਜ਼ਾਰਾਂ ਸੱਪ ਫੜ ਚੁੱਕੇ ਹੋ, ਇਕੱਲੇ ਸੱਪ ਹੀ ਫੜਦੇ ਕਿ ਹੋਰ ਵੀ ਜਾਨਵਰ ਜਿਹੜੇ ਤੁਸੀਂ ਕਾਬੂ ਕਰਦੇ ਹੋ? ਮੈਂ ਅੰਮ੍ਰਿਤਸਰ ਦੇ ਵਿੱਚੋਂ ਬਹੁਤ ਸਾਰੇ 12 ਸਿੰਘੇ ਪਕੜੇ ਹੋਏ ਨੇ, ਜਿਨ੍ਹਾਂ ਨੂੰ ਜਿੰਦਾ ਔਰ ਬਿਲਕੁਲ ਰਿਸ਼ਟ ਪੁਸ਼ਟ ਕਰਕੇ ਕਮਾਲਪੁਰ ਜੰਗਲ 'ਚ ਜੰਗਲਾਤ ਵਿਭਾਗ ਦੀ ਸਹਾਇਤਾ ਨਾਲ ਛੱਡਿਆ ਹੋਇਆ ਵਾ। ਮੈਂ ਬਹੁਤ ਸਾਰੀਆਂ ਸ਼ੇਰਾਂ ਦੀਆਂ ਖੱਲਾਂ ਵੀ ਪਕੜੀਆਂ ਹੋਈਆਂ, ਲਗਭਗ 2.5 ਕਰੋੜ ਰੁਪਏ ਦੀਆਂ ਖੱਲਾਂ ਮੈਂ ਪਕੜ ਕੇ ਸਰਕਾਰ ਨੂੰ ਦਿੱਤੀਆਂ ਸੀ, ਔਰ ਮੌਂਕੀ ਵੀ ਪਕੜੇ ਹੋਏ ਨੇ। ਮੈਂ ਹਰ ਤਰ੍ਹਾਂ ਦੇ ਜਾਨਵਰ ਪਕੜਦਾ ਵਾਂ। ਜੇ ਗੱਲ ਕਰੀਏ ਕਿ ਜਿਵੇਂ ਤੁਸੀਂ ਇਹਨਾਂ ਜਾਨਵਰਾਂ ਨੂੰ ਪਕੜਦੇ ਹੋ ਤਾਂ ਕਿੰਨਾ ਟਾਈਮ ਆਪਣੇ ਕੋਲ ਰੱਖਦੇ ਹੋ ਤੇ ਉਸ ਤੋਂ ਬਾਅਦ ਇਹਨੂੰ ਕਿੱਥੇ ਖੜਦੇ ਹੋ? ਇਸ ਨੂੰ ਅਸੀਂ ਜ਼ਿਆਦਾ ਟਾਈਮ ਨਹੀਂ ਰੱਖਦੇ। ਜੇ ਦਿਨ ਵੇਲੇ ਪਕੜਨਾ ਹੈ ਤਾਂ ਅਸੀਂ ਇਹਨੂੰ ਦਿਨ ਵੇਲੇ ਜੰਗਲ 'ਚ, ਬੋੜੂ ਜੰਗਲ 'ਚ ਜੰਗਲਾਤ ਵਿਭਾਗ ਦੀ ਰੱਖ ਹੈ, ਉੱਥੇ ਛੱਡ ਦਿੱਤਾ ਜਾਂਦਾ। ਇਹਨੂੰ ਨਹਿਰ ਦੇ ਕੰਢੇ ਤੇ ਛੱਡ ਦਿੱਤਾ ਜਾਂਦਾ। ਇਸ ਨੂੰ ਖਾਣਾ ਪੀਣ ਨੂੰ ਜਾਂ ਪਾਣੀ ਵੀ ਪੀਣ ਨੂੰ ਮਿਲੇ। ਔਰ ਅਸੀਂ ਜੇਕਰ ਰਾਤੀ ਮੈਂ 1-2 ਵਜੇ ਜਾਂ 12-1 ਵਜੇ ਪਕੜ ਕੇ ਲਿਆਂਦਾ ਤਾਂ ਮੈਂ ਰਾਤੀ ਫਿਰ ਕਿਤੇ ਜੰਗਲ 'ਚ ਨਹੀਂ ਜਾ ਸਕਦਾ, ਨਹੀਂ ਜਾਂਦਾ। ਫਿਰ ਇਹਨੂੰ ਆਪਣੇ ਘਰ ਰੱਖਦਾ ਹਾਂ ਔਰ ਉਸ ਤੋਂ ਬਾਅਦ ਸਵੇਰ ਹੋਣ 'ਤੇ ਇਹਨੂੰ ਮੈਂ ਜੰਗਲ ਦੇ ਵਿੱਚ ਆਜ਼ਾਦ ਕਰ ਦਿੰਦਾ। ਇਹਦੀ ਗੱਲ ਕਰੀਏ ਤਾਂ ਇਹ ਕੋਬਰਾ ਸੱਪ ਫਨੀਅਰ ਜਿਸ ਨੂੰ ਕਿਹਾ ਗਿਆ, ਕਾਫੀ ਜ਼ਹਿਰੀਲਾ ਹੈ। ਇਹ ਖੁਦ ਕੀ ਚੀਜ਼ ਖਾਂਦਾ ਹੈ? ਸਨੇਕ ਜਿੰਨੇ ਵੀ ਹੁੰਦੇ ਆ ਸਾਰੇ ਮਾਸਾਹਾਰੀ ਹੁੰਦੇ ਆ। ਇਹਨਾਂ ਨੂੰ ਜਿਸ ਤਰ੍ਹਾਂ ਇਨਸਾਨ ਨੂੰ ਚਿਕਨ ਮੁਰਗਾ ਬਹੁਤ ਸਵਾਦ ਲੱਗਦਾ, ਇਹਨਾਂ ਨੂੰ ਚੂਹਾ ਔਰ ਮੇਂਢਕ ਬਹੁਤ ਸਵਾਦ ਲੱਗਦੇ ਨੇ। ਇਹ 200 ਫੁੱਟ ਤੋਂ ਲਗਭਗ 200 ਫੁੱਟ ਤੋਂ ਚੂਹੇ ਦੀ ਸਮੈਲ ਇਹਨਾਂ ਨੂੰ ਆ ਜਾਂਦੀ ਹੈ। ਜਦੋਂ ਚੂਹਾ ਦੌੜ ਕੇ ਆਂਦਾ, ਇਹ ਉਹਦੇ ਪਿੱਛੇ ਲੋਕਾਂ ਦੇ ਘਰਾਂ ਦੇ ਵਿੱਚ ਐਂਟਰ ਹੋ ਜਾਂਦੇ ਨੇ। ਔਰ ਚੂਹਾ ਜਿਹੜਾ ਵਾ ਇੱਕ ਜਗ੍ਹਾ ਤੇ ਆਰਾਮ ਨਾਲ ਨਹੀਂ ਬੈਠਦਾ ਔਰ ਸਨੇਕ ਉਹ ਦਾਲ ਆ ਕੇ ਬੈਠਾ ਰਹਿੰਦਾ ਵਾ। ਜਦੋਂ ਚੂਹਾ ਇਹਦੇ ਲਾਗੇ ਆਂਦਾ ਉਹਨੂੰ ਉਸੇ ਵੇਲੇ ਇਹ ਕੱਟ ਲੈਂਦਾ, ਡੰਗ ਮਾਰ ਲੈਂਦਾ, ਬੇਹੋਸ਼ ਕਰ ਦਿੰਦਾ ਔਰ ਉਸ ਨੂੰ ਖਾ ਜਾਂਦਾ। ਇੱਕ ਵਾਰੀ ਇੱਕ ਚੂਹਾ ਖਾ ਕੇ ਇਹਦੇ 10-12 ਦਿਨ ਆਰਾਮ ਨਾਲ ਨਿਕਲ ਜਾਂਦੇ ਆ। 10-12 ਦਿਨ ਇਹਨੂੰ ਬਾਅਦ ਵਿੱਚ ਭੁੱਖ ਨਹੀਂ ਲੱਗਦੀ। ਤਾਂ ਤੁਸੀਂ ਸਾਹਿਬ ਇੱਕ ਗੱਲ ਜ਼ਰੂਰ ਦੱਸੋ ਕਿ ਇਹ ਅਕਸਰ ਇਹ ਸਨੇਕ ਜਿਹੜੇ ਸੱਪ ਆ ਇਹ ਰਹਿੰਦੇ ਕਿਸ ਜਗ੍ਹਾ ਤੇ ਆ? ਐਕਚੁਅਲੀ ਇਹ ਜੰਗਲੀ ਜਾਨਵਰ ਹੈ। ਹੁਣ ਜਿੱਥੇ ਅਸੀਂ ਰਹਿੰਦੇ ਪਏ ਆ ਇਹ ਵੀ ਸਾਰੇ ਜੰਗਲ ਸੀ। ਅੱਜ ਕੱਲ੍ਹ ਕਲੋਨੀਆਂ ਬਣ ਗਈਆਂ, ਮਕਾਨ ਬਣ ਗਏ, ਕੋਠੀਆਂ ਬਣ ਗਈਆਂ, ਪਾਰਕ ਬਣ ਗਏ। ਇਹ ਸਾਰਾ ਇਹਨਾਂ ਦੀ ਜਗ੍ਹਾ ਸੀ। ਇਹ ਜੰਗਲੀ ਜਾਨਵਰ ਹੈ। ਜੰਗਲ ਖਤਮ ਹੋ ਗਏ, ਇਹ ਵਿਚਾਰੇ ਇੱਥੇ ਹੀ ਰਹਿ ਗਏ। ਇਹ ਹੁਣ ਕਿੱਥੇ ਜਾਣਗੇ? ਇੱਥੇ ਬੱਚੇ ਦੇ ਦਿੰਦੇ, ਇੱਥੇ ਵੱਡੇ ਹੋ ਜਾਂਦੇ, ਇਹਨਾਂ ਦੀ ਤਾਦਾਦ ਵੱਧ ਜਾਂਦੀ ਹੈ। ਫਿਰ ਅਸ਼ੋਕ ਜੋਸ਼ੀ ਦੇ ਕਾਬੂ ਆ ਜਾਂਦੇ ਆ। ਕਈ ਵਾਰ ਨਾ ਗੱਲਾਂ ਸੁਣੀਆਂ ਕਿ ਸੱਪ ਆਪਣਾ ਬਦਲਾ ਲੈਂਦਾ ਆ। ਤੁਸੀਂ ਹਜ਼ਾਰਾਂ ਸੱਪ ਜਿਵੇਂ ਫੜੇ ਆ, ਕਦੀ ਕਿਸੇ ਸੱਪ ਨੇ ਤੁਹਾਡੇ ਕੋਲ ਬਦਲਾ ਲਿਆ ਆਣ ਕੇ? ਦੇਖੀਏ, ਬਦਲਾ ਉਹਦੇ ਕੋਲੋਂ ਲੈਂਦਾ ਜਿਹੜਾ ਇਹਨਾਂ ਨੂੰ ਮਾਰੇਗਾ, ਜਿਹੜਾ ਕੋਈ ਬਦਲੇ ਦੀ ਭਾਵਨਾ ਨਾਲ ਇਹਨਾਂ ਨੂੰ ਮਾਰੇਗਾ। ਮੈਂ ਬਦਲੇ ਦੀ ਭਾਵਨਾ ਨਾਲ ਨਹੀਂ ਇਹਨਾਂ ਨੂੰ ਪਕੜਦਾ। ਮੈਂ ਹਮੇਸ਼ਾ ਇਹਨਾਂ ਨੂੰ ਆਜ਼ਾਦ ਕਰਨ ਵਾਸਤੇ ਔਰ ਇਨਸਾਨਾਂ ਦੀ ਜਾਨ ਬਚਾਉਣ ਵਾਸਤੇ ਇਹ ਕੰਮ ਕਰਦਾ ਵਾਂ। ਬਾਕੀ ਸਾਈਕੋਲੋਜੀਕਲੀ ਵੀ ਹੁੰਦਾ, ਜੇ ਤੁਸੀਂ ਕਿਸੇ ਇਨਸਾਨ ਦੇ ਪ੍ਰਤੀ ਦਵੇਸ਼ ਰੱਖੋਗੇ ਨਾ, ਉਹਦੇ ਦੂਸਰੇ ਇਨਸਾਨ ਦੇ ਦਿਮਾਗ 'ਚ ਵੀ ਆ ਜਾਏਗਾ ਇਹ ਬੰਦਾ ਅੱਛਾ ਨਹੀਂ ਹੈ। ਅਸੀਂ ਆਪਣੇ ਦਿਮਾਗ 'ਚ ਰੱਖਦੇ ਹਾਂ ਕਿ ਇਹਦੀ ਅਸੀਂ ਜਾਨ ਬਚਾਉਣੀ ਹੈ। ਔਰ ਜਿਹੜੀ ਵਰਲਡ ਪਾਵਰ ਹੈ, ਇੱਕ ਨੇਚਰ ਹੈ, ਇੱਕ ਭਗਵਾਨ ਹੈ, ਉਹ ਵੀ ਨੇਚਰ ਵੀ ਕੰਮ ਕਰਦੀ ਹੈ ਕਿ ਅਸ਼ੋਕ ਜੋਸ਼ੀ ਅੱਛੇ ਕੰਮ ਕਰਦਾ ਪਿਆ ਵਾ, ਅੱਛਾ ਪੁੰਨ ਕਰਦਾ ਪਿਆ ਵਾ, ਤੇ ਅਸੀਂ ਇਹਦੀ ਸਹਾਇਤਾ ਕਰਨੀ ਹੈ। ਪਰਮਾਤਮਾ ਵੀ ਮੇਰੀ ਸਹਾਇਤਾ ਕਰਦਾ ਹੈ। ਆਵਾਜ਼ ਸੁਣੀ ਸੀ ਇਸ ਸਨੇਕ ਦੀ, ਦੂਰੋਂ ਨਾ ਆਵਾਜ਼ ਆ ਰਹੀ ਸੀ ਜਿਵੇਂ ਕਿਸੇ ਫੂਕ ਦੀ ਆਵਾਜ਼ ਹੁੰਦੀ, ਹਵਾ ਛੱਡ ਰਿਹਾ ਸੀ ਆਪਣੇ ਵੱਲ ਨੂੰ। ਕਈ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਇਸ ਤਰ੍ਹਾਂ ਦਾ ਸਨੇਕ ਹੁੰਦਾ ਹੈ ਜਾਂ ਕੋਬਰਾ ਸੱਪ ਹੁੰਦਾ ਹੈ, ਅਗਰ ਦੂਰੋਂ ਫੂਕ ਮਾਰਦਾ ਤਾਂ ਬੰਦਾ ਉਹਦੇ ਨਾਲ ਵੀ ਮਰ ਜਾਂਦਾ ਹੈ। ਨਹੀਂ, ਇਹੋ ਜਿਹੀ ਗੱਲ ਕੋਈ ਨਹੀਂ ਆ। ਇੱਕ ਸਨੇਕ ਹੁੰਦਾ ਕਿੰਗ ਕੋਬਰਾ, ਉਹ 15-20 ਫੁੱਟ ਲੰਬਾ ਹੁੰਦਾ ਵਾ। ਉਹ ਜ਼ਹਿਰ ਦੀ ਬਹੁਤ ਤਗੜੀ ਪਿਚਕਾਰੀ ਛੱਡਦਾ ਵਾ ਔਰ ਜਦੋਂ ਉਹਦਾ ਜ਼ਹਿਰ ਕੋਸ਼ਿਸ਼ ਕਰਦਾ ਕਿੰਗ ਕੋਬਰਾ ਕਿ ਸਾਹਮਣੇ ਵਾਲੇ ਇਨਸਾਨ ਦੇ ਆਪਣੇ ਦੁਸ਼ਮਣ ਦੀਆਂ ਅੱਖਾਂ 'ਚ ਜ਼ਹਿਰ ਪੈ ਜਾਵੇ। ਔਰ ਇਹ ਸਨੇਕ ਜਿਹੜਾ ਵਾ, ਇਹ ਜ਼ਹਿਰ ਜਿਹੜਾ ਵਾ ਬਹੁਤ ਦੂਰੋਂ ਨਹੀਂ ਮਾਰ ਸਕਦਾ, ਨਹੀਂ ਛੱਡ ਸਕਦਾ। ਇਸ ਕਰਕੇ ਫੂਕ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ। ਇਹ ਜਿਹੜਾ ਸੱਪ ਹੈ ਕਿਸੇ ਨੂੰ ਡੰਗ ਮਾਰੇਗਾ ਤਾਂ ਹੀ ਬੰਦੇ ਦੀ ਮੌਤ ਹੋ ਸਕਦੀ ਹੈ? ਹਾਂਜੀ, ਡੰਗ ਮਾਰੇਗਾ ਤਾਂ ਮੌਤ ਹੋਏਗੀ ਉਸੇ ਵੇਲੇ ਹੀ। ਡੰਗ ਮਾਰਨ ਤੋਂ ਬਗੈਰ ਮੌਤ ਨਹੀਂ ਹੋ ਸਕਦੀ। ਜੇ ਗੱਲ ਕਰੀਏ ਕਿ ਆਮ ਲੋਕਾਂ ਦੀ ਗੱਲ ਕਰੀਏ, ਲੋਕਾਂ ਦੇ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਸੱਪ ਵੜ ਜਾਂਦੇ ਤੇ ਅਸ਼ੋਕ ਜੋਸ਼ੀ ਕਿਸੇ ਦੇ ਕੋਲੋਂ ਕੋਈ ਪੈਸੇ ਵੀ ਲੈਂਦੇ ਇਹਨਾਂ ਨੂੰ ਫੜਨ ਦੇ? ਦੇਖੋ, ਜੇ ਕੋਈ ਮੈਨੂੰ ਪੈਸੇ ਦੇ ਦਿੰਦਾ ਤਾਂ ਮੈਂ ਬਿਲਕੁਲ ਮਨਾ ਨਹੀਂ ਕਰਦਾ। ਮੈਂ ਕੋਈ ਜ਼ਬਰਦਸਤੀ ਪੈਸੇ ਨਹੀਂ ਲੈਂਦਾ, ਨਾ ਹੀ ਮੈਂ ਕੋਈ ਇਹੋ ਜਿਹੀ ਡਿਮਾਂਡ ਕਰਦਾ ਵਾਂ। ਜਦੋਂ ਮੈਨੂੰ ਕੋਈ ਦੇ ਦਿੰਦਾ, ਮੈਂ ਉਹਦਾ ਤੇਲ ਖਰਚਾ ਵੀ ਨਿਕਲ ਜਾਂਦਾ, ਪੈਟਰੋਲ ਦਾ ਖਰਚਾ ਵੀ, ਪੈਟਰੋਲ ਤਾਂ ਬਹੁਤ ਮਹਿੰਗਾ ਵਾ। ਸੈਕੰਡਲੀ, ਜੇ ਕੋਈ ਜਾਨਵਰ ਇੰਜਰਡ ਹੁੰਦਾ ਹੈ ਉਹਦੇ ਤੇ ਪੈਸੇ ਲੱਗਦੇ ਆ, ਮੈਂ ਉਸ ਡੋਨੇਸ਼ਨ 'ਚੋਂ ਪੈਸੇ ਲਗਾਉਂਦਾ ਮੈਂ ਇਹਨਾਂ ਦੇ ਉੱਤੇ। ਕਈ ਵਾਰ ਫੜਦੇ ਆ, ਇਹਨਾਂ ਨੂੰ ਸੱਟ ਵੀ ਲੱਗ ਜਾਂਦੀ ਆ। ਮੈਂ ਇੱਕ ਵੀਡੀਓ ਵੀ ਤੁਹਾਡੀ ਦੇਖੀ ਸੀ, ਤੁਸੀਂ ਉਹਦੇ ਵਿੱਚ ਸੱਪ ਨੂੰ ਪੱਟੀਆਂ ਕਰ ਰਹੇ ਹੋ। ਅਕਸਰ ਉਹ ਸੱਟ ਕਿਵੇਂ ਲੱਗਦੀ ਆ ਤਾਂ ਫਿਰ ਉਹਦਾ ਇਲਾਜ ਕਿੱਥੋਂ ਕਰਾਇਆ ਜਾਂਦਾ ਜਾਂ ਖੁਦ ਇਲਾਜ ਕਰਦੇ ਹੋ? ਅੰਮ੍ਰਿਤਸਰ ਦੇ ਵਿੱਚ ਇਹਨਾਂ ਦਾ ਕੋਈ ਸੱਪਾਂ ਦਾ ਕੋਈ ਡਾਕਟਰ ਨਹੀਂ ਹੈਗਾ। ਇਹ ਆ ਕਿ ਕਈ ਵਾਰੀ ਕੋਈ ਅਣਜਾਣ ਲੋਕ ਹੁੰਦੇ ਆ ਜਾਂ ਪੂਰਬੀ ਹੁੰਦੇ ਆ ਜਾਂ ਯੂਪੀ ਬਿਹਾਰ ਦੇ ਲੋਕ ਹੁੰਦੇ ਆ, ਅਨਪੜ੍ਹ ਹੁੰਦੇ ਆ, ਉਹ ਇਹਨਾਂ ਨੂੰ ਡਾਂਗ ਮਾਰ ਕੇ ਇਹਨਾਂ ਦੀ ਰੀੜ੍ਹ ਦੀ ਹੱਡੀ ਤੋੜ ਦਿੰਦੇ ਆ, ਇਹਨਾਂ ਦੀ ਸੰਗਲੀ ਤੋੜ ਦਿੰਦੇ ਆ।
ਜਿਹਦੇ ਕਰਕੇ ਫਿਰ ਇਹ ਅਪਾਹਿਜ ਟਾਈਪ ਹੋ ਜਾਂਦੇ ਆ, ਮੈਕਸਿਮਮ ਮਰ ਵੀ ਜਾਂਦੇ ਆ ਸਨੇਕ। ਤੇ ਫਿਰ ਜੇ ਕਿਤੇ ਮੇਰੇ ਕਾਬੂ ਆਉਂਦੇ ਆ ਜਾਂ ਮੈਂ ਉਹਨਾਂ ਨੂੰ ਰੈਸਕਿਊ ਕਰ ਲੈਂਦਾ ਵਾਂ ਤਾਂ ਮੈਂ ਕੋਸ਼ਿਸ਼ ਕਰਦਾ ਕਿ ਇਹਦੀ ਜਾਨ ਬਚਾਈਏ। ਇਹਨੂੰ ਬੀਟਾਡੀਨ ਲਗਾਉਂਦਾ ਵਾਂ ਜਾਂ ਹਲਦੀ ਪਾਊਡਰ ਲਗਾਉਂਦੇ ਆ ਮੌਕੇ ਤੇ, ਫਿਰ ਇਹਨੂੰ ਪੱਟੀਆਂ ਕਰਦੇ ਆ। ਜੇ ਬਚ ਜਾਂਦਾ, ਠੀਕ ਹੋ ਜਾਂਦਾ ਤਾਂ ਇਹਨੂੰ ਅਸੀਂ ਜੰਗਲ 'ਚ ਛੱਡ ਦਿੰਦੇ ਆ, ਨਹੀਂ ਠੀਕ ਹੁੰਦਾ ਤੇ ਵਿਚਾਰੇ ਨੂੰ ਫਿਰ ਅਸੀਂ ਮਰ ਜਾਂਦਾ ਤਾਂ ਦਬਾ ਦਿੰਦੇ ਆ। ਕਦੀ ਇਦਾਂ ਵੀ ਹੋਇਆ ਕਿ ਤੁਸੀਂ ਸੱਪ ਠੀਕ ਕੀਤੇ ਹੋਣ ਤੇ ਉਹ ਬਿਲਕੁਲ ਸਿਹਤਮੰਦ ਹੋ ਕੇ ਦੁਬਾਰਾ ਜੰਗਲ ਦੇ ਵਿੱਚ ਗਏ ਹੋਣ? ਹਾਂਜੀ, ਬਹੁਤ ਵਾਰੀ ਹੋਇਆ ਵਾ, ਬਹੁਤ ਵਾਰੀ ਹੋਇਆ ਵਾ। ਕਈ ਵਾਰੀ ਜ਼ਖਮੀ ਸੱਪ ਹੁੰਦੇ ਆ, ਕਈ ਵਾਰੀ ਆਪਸੀ ਲੜਾਈ 'ਚ ਵੀ ਜ਼ਖਮੀ ਹੋ ਜਾਂਦੇ ਆ। ਇੱਕ ਸੱਪ ਦੀ ਇੱਕ ਚੂਹੇ ਨਾਲ ਲੜਾਈ ਹੋ ਗਈ, ਜੰਗਲੀ ਚੂਹਾ ਸੀ, ਉਸਨੇ ਉਹਦੀ ਫਨ ਤੇ ਬਹੁਤ ਚੂਹੇ ਨੇ ਕੱਟ ਦਿੱਤਾ। ਚੂਹਾ ਤਾਂ ਖੈਰ ਮਰ ਗਿਆ ਸੀ। ਫਿਰ ਸਨੇਕ ਨੂੰ ਆਪਣੇ ਘਰ ਰੱਖ ਕੇ ਮੈਂ ਕੁਝ ਦਿਨ ਉਹਦਾ ਇਲਾਜ ਕੀਤਾ। 4-5 ਦਿਨ 6 ਦਿਨ ਬਾਅਦ ਜਦੋਂ ਠੀਕ ਹੋ ਗਿਆ ਕਾਫੀ ਹੱਦ ਤੱਕ, ਤਾਂ ਉਸਨੂੰ ਮੈਂ ਜੰਗਲ 'ਚ ਛੱਡ ਦਿੱਤਾ। ਕਹਾਵਤ ਸੁਣੀ ਸੀ, ਸ਼ਾਇਦ ਵੀਡੀਓ ਦੇ ਵਿੱਚ ਵੀ ਵੇਖਿਆ ਸੀ ਕਿ ਨਿਓਲ ਅਤੇ ਸੱਪ ਦੀ ਲੜਾਈ ਹੁੰਦੀ ਆ ਜਿਸ ਦੇ ਵਿੱਚ ਸੱਪ ਮਾਰਿਆ ਜਾਂਦਾ। ਕੀ ਕਾਰਨ ਕੀ ਹੁੰਦਾ? ਸ਼ਾਇਦ ਤੁਸੀਂ ਪੂਰੀ ਜਾਣਕਾਰੀ ਰੱਖਦੇ ਹੋਵੋਗੇ ਕਿ ਉਸ ਮਹਿਕਮੇ ਦੇ ਨਾਲ ਵੀ ਤੁਸੀਂ ਕੰਮ ਕੀਤਾ ਲੰਮਾ ਸਮਾਂ। ਕਾਰਨ ਇਹ ਹੁੰਦਾ ਕਿ ਜਿਹੜਾ ਨਿਓਲ ਹੁੰਦਾ ਹੈ, ਨਿਓਲ ਦੇ ਉੱਪਰ ਇਹਦੇ ਜ਼ਹਿਰ ਦਾ ਅਸਰ ਬਹੁਤ ਘੱਟ ਹੁੰਦਾ ਹੈ। ਸੈਕੰਡਲੀ ਨਿਓਲ ਜਿਹੜਾ ਇਹਦੇ ਨਾਲੋਂ ਜ਼ਿਆਦਾ ਐਕਟਿਵ ਹੁੰਦਾ ਹੈ। ਨਿਓਲ ਹਮੇਸ਼ਾ ਪਹਿਲਾਂ ਇਹਨੂੰ ਪੂਛ ਤੋਂ ਪਕੜਦਾ, ਇਹਨੂੰ ਥਕਾਉਂਦਾ ਹੈ। ਇਹਦੇ ਥੱਕਣ ਦੇ ਬਾਵਜੂਦ ਫਿਰ ਇਹਦੀ ਫਨ ਕੁਚਲਦਾ ਨਿਓਲ, ਤਾਂ ਕਰਕੇ ਇਹ ਮਾਰਿਆ ਜਾਂਦਾ ਹੈ। ਨਿਓਲ ਵੈਸੇ ਬਹੁਤ ਘੱਟ ਮਾਰੇ ਜਾਂਦੇ ਆ, ਨਹੀਂ ਮਾਰੇ ਜਾਂਦੇ। ਹਾਂ, ਅਗਰ ਨਿਓਲ ਥੱਕ ਜਾਂਦਾ, ਸੱਪ ਤਗੜਾ ਹੈਗਾ ਤੇ ਨਿਓਲ ਛੱਡ ਕੇ ਦੌੜ ਜਾਂਦਾ ਇਹਨਾਂ ਨੂੰ। ਆਮ ਲੋਕਾਂ ਦੀ ਗੱਲ ਕਰੀਏ, ਜਿਵੇਂ ਆਮ ਪਿੰਡਾਂ ਦੇ ਵਿੱਚ, ਖੇਤਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕਿਸੇ ਦੇ ਸੱਪ ਘਰ ਵੜ ਜਾਂਦਾ, ਉਹ ਤੁਹਾਡੇ ਤੱਕ ਨਹੀਂ ਪਹੁੰਚ ਕਰਦੇ, ਤਾਂ ਕੀ ਕਰਨਾ ਕੀ ਚਾਹੀਦਾ ਲੋਕਾਂ ਨੂੰ ਆਪਣੀ ਜਾਨ ਬਚਾਉਣ? ਬਸ ਪੁਲਿਸ ਕੰਟਰੋਲ ਰੂਮ ਫੋਨ ਕਰੋ। ਪੁਲਿਸ ਕੰਟਰੋਲ ਰੂਮ ਵਾਲੇ ਮੇਰਾ ਨੰਬਰ ਦੇ ਦਿੰਦੇ ਆ ਜਾਂ ਜੰਗਲਾਤ ਵਿਭਾਗ ਦਾ ਨੰਬਰ ਦਿੰਦੇ ਨੇ, ਜਿਹੜਾ ਕਿ ਮੌਕੇ ਤੇ ਜਾ ਕੇ ਇਹਨਾਂ ਨੂੰ ਰੈਸਕਿਊ ਕੀਤਾ ਜਾ ਸਕਦਾ ਜਾਂ ਕੀਤਾ ਜਾਂਦਾ ਹੈ। ਮੈंने ਦੇਖਿਆ ਕਿ ਆਮ ਪਿੰਡਾਂ ਦੇ ਲੋਕ ਇਹਨਾਂ ਨੂੰ ਮਾਰ ਦਿੰਦੇ ਨੇ। ਵੇਖੋ, ਇਹ ਵੀ ਇੱਕ ਪਰਿਆਵਰਨ ਦਾ ਹਿੱਸਾ ਵਾ। ਸਾਡਾ ਪਰਿਆਵਰਨ, ਅਸੀਂ ਇਹਨਾਂ ਕਰਕੇ ਜੀਵਿਤ ਹੈ, ਇਹ ਸਾਡੇ ਕਰਕੇ ਜੀਵਿਤ ਨੇ। ਇਸ ਕਰਕੇ ਇਹਨਾਂ ਨੂੰ ਮਾਰਨਾ ਨਹੀਂ ਚਾਹੀਦਾ। ਇਹਨਾਂ ਨੂੰ ਮਾਰਨ ਤੇ ਵੀ 3 ਮਹੀਨੇ ਦੀ ਸਜ਼ਾ ਹੈਗੀ ਹੈ। ਲੋਕ ਨੇ ਸੱਪਾਂ ਦੇ ਦੁੱਧ ਦੀ ਵੀ ਗੱਲ ਕੀਤੀ ਜਾਂਦੀ ਕਿ ਸੱਪਾਂ ਨੂੰ ਜਿਹੜਾ ਅਸੀਂ ਦੁੱਧ ਪਿਆਇਆ ਜਾਂਦਾ, ਕੀ ਇਹ ਸੱਪ ਦੁੱਧ ਵੀ ਪੀਂਦੇ ਨੇ ਕਿਸੇ ਤਰ੍ਹਾਂ ਦਾ? ਨਹੀਂ, ਸੱਪ ਦੁੱਧ ਬਿਲਕੁਲ ਨਹੀਂ ਪੀਂਦੇ। ਸੱਪ ਮਾਸਾਹਾਰੀ ਹੁੰਦੇ ਨੇ। ਸਪੇਰਾ ਲੋਕ ਜਿਹੜੇ ਨੇ ਉਹ ਲੋਕਾਂ ਨੂੰ ਗਲਤ ਗਾਈਡ ਕਰਦੇ ਨੇ। ਸੱਪ ਦਾ ਇੱਕ ਸੁਭਾਅ ਹੁੰਦਾ ਕਿ ਬਾਰ-ਬਾਰ ਜੀਭ ਬਾਹਰ ਕੱਢਣਾ। ਜੀਭ ਬਾਹਰ ਕੱਢਣ ਨਾਲ ਇਹਨਾਂ ਨੂੰ ਪਤਾ ਲੱਗਦਾ ਰਹਿੰਦਾ ਵਾਤਾਵਰਨ ਦਾ, ਪਬਲਿਕ ਦੀ ਸਮੈਲ ਦਾ, ਸ਼ਿਕਾਰ ਦੀ ਸਮੈਲ ਦਾ, ਔਰ ਇੱਕ ਤਰ੍ਹਾਂ ਦਾ ਇਹਨਾਂ ਦਾ ਐਂਟੀਨਾ ਵਾ। ਉਹ ਪਤਾ ਲੱਗ ਜਾਂਦਾ ਵੀ ਮੇਰੇ ਤੋਂ ਸ਼ਿਕਾਰ ਕਿੰਨਾ ਦੂਰ ਹੈ, ਜਾਂ ਮੈਂ ਸ਼ਿਕਾਰ ਤੋਂ ਕਿੰਨਾ ਦੂਰ ਹੈ, ਜਾਂ ਮੈਨੂੰ ਖਤਰਾ ਹੈਗਾ, ਜਾਂ ਮੇਰੇ ਤੋਂ ਕਿਸੇ ਨੂੰ ਖਤਰਾ ਹੈਗਾ ਵਾ। ਉਹ ਦੁੱਧ ਅੱਗੇ ਕਰਦੇ ਆ ਤਾਂ ਲੋਕੀ ਸੋਚਦੇ ਆ ਸ਼ਾਇਦ ਦੁੱਧ ਪੀ ਜਾਂਦਾ ਪਿਆ। ਦੁੱਧ ਇਹ ਨਹੀਂ ਪੀਂਦਾ। ਜਿਹੜੇ ਸਪੇਰੇ ਆ, ਇਹਨੂੰ ਬਹੁਤ ਚਿਰ ਭੁੱਖਾ ਪਿਆਸਾ ਰੱਖਦੇ ਨੇ। ਜਦੋਂ ਇਹਨੂੰ ਪਾਣੀ ਨਹੀਂ ਮਿਲਦਾ, ਉਹ ਫਿਰ ਪਾਣੀ ਦੀ ਸ਼ਕਲ 'ਚ ਕਈ ਵਾਰੀ ਦੁੱਧ ਪੀਂਦਾ ਵਾ, ਨਹੀਂ ਤਾਂ ਸੱਪ ਦੁੱਧ ਨਹੀਂ ਪੀਂਦਾ। ਪਿੱਛੇ ਸੁਣਿਆ ਸੀ ਕਿ ਕੋਬਰਾ ਸੱਪ ਦਾ ਜਿਹੜਾ ਜ਼ਹਿਰ ਹੈ ਉਹ ਕਾਫੀ ਮਹਿੰਗਾ ਵੇਚਿਆ ਜਾਂਦਾ, ਉਹਦੇ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥ ਬਣਦੇ ਨੇ। ਕੀ ਵਾਕਈ ਇਹ ਗੱਲ ਸੱਚ ਹੈ ਕਿ ਇਹਦਾ ਜ਼ਹਿਰ ਜਿਹੜਾ ਉਹ ਲੋਕ ਗਲਤ ਇਸਤੇਮਾਲ ਵੀ ਕਰਦੇ ਨੇ? ਹਾਂਜੀ, ਕੋਬਰਾ ਸਨੇਕ ਦਾ ਜ਼ਹਿਰ 3 ਕਰੋੜ ਰੁਪਏ ਕਿਲੋ ਹੈ। ਔਰ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੇ ਪੱਬ ਵਾਲੇ ਨੇ, ਉਹ ਇਹਦੇ ਜ਼ਹਿਰ ਦਾ ਇੱਕ ਪਿਆਲਾ ਜਿਹੜਾ ਹੈ ਨਾ, ਜ਼ਹਿਰ ਦੇ ਪਿਆਲੇ ਦੇ ਵਿੱਚ ਥੋੜ੍ਹਾ ਜਿਹਾ ਪੋਇਜ਼ਨ ਪਾ ਕੇ ਉਹ 5000 ਰੁਪਏ ਦਾ ਇੱਕ ਪਿਆਲਾ, ਇੱਕ ਪੈਗ ਵੇਚਦੇ ਨੇ। ਬਹੁਤ ਮਹਿੰਗਾ ਵੇਚਦੇ ਨੇ। ਔਰ ਬਾਕੀ 3 ਰੈਨਬੈਕਸੀ ਤੋਂ ਵੀ ਮੈਨੂੰ ਪਹਿਲਾਂ ਫੋਨ ਆਉਂਦੇ ਹੁੰਦੇ ਸੀ, ਅੱਜ ਕੱਲ੍ਹ ਤਾਂ ਨਹੀਂ ਆਉਂਦੇ। ਮੈਂ ਮਨਾ ਕਰ ਦਿੱਤਾ ਸੀ। ਮੈਨੂੰ ਕਹਿੰਦੇ ਸੀ ਤੁਸੀਂ ਜਿੰਦਾ ਕੋਬਰਾ ਸੱਪ ਸਾਨੂੰ ਦਿਆ ਕਰੋ, ਤੁਹਾਨੂੰ ਅਸੀਂ ਸਰਟੀਫਿਕੇਟ ਦੇਵਾਂਗੇ, ਐਪਰੀਸ਼ੀਏਟ ਕਰਾਂਗੇ। ਅੰਮ੍ਰਿਤਸਰ ਜਾਂ ਪੁਲਿਸ ਕਮਿਸ਼ਨਰ ਕੋਲ, DC ਕੋਲੋਂ ਵੀ ਐਪਰੀਸ਼ੀਏਟ ਕਰਵਾਵਾਂਗੇ। ਪਰ ਮੈਨੂੰ ਪਤਾ ਹੈ ਕਿ ਜਦੋਂ ਇਹਨਾਂ ਨੂੰ ਅਸੀਂ ਸਨੇਕ ਦੇਵਾਂਗੇ ਤਾਂ ਆਖਿਰ ਸਨੇਕ ਦੀ ਮੌਤ ਜ਼ਰੂਰ ਹੁੰਦੀ ਹੈ। ਬਾਰ-ਬਾਰ ਇਹਦਾ ਪੋਇਜ਼ਨ ਕੱਢਣ ਲਈ ਇਹ ਵੀਕ ਹੋ ਜਾਂਦਾ ਔਰ ਆਖਿਰ ਇਹ ਮਰ ਜਾਂਦਾ। ਮੈਂ ਨਹੀਂ ਚਾਹੁੰਦਾ ਕਿ ਇਹਨਾਂ ਦੀ ਇੱਕ ਜੀਵ ਹੱਤਿਆ ਹੋਵੇ। ਮੈਂ ਜਦੋਂ ਵੀ ਪਕੜਦਾ ਇਹਨਾਂ ਨੂੰ ਇਸੇ ਹਾਲਤ ਦੇ ਵਿੱਚ ਪੋਇਜ਼ਨ ਸਮੇਤ ਹੀ ਇਹਨਾਂ ਨੂੰ ਮੈਂ ਆਜ਼ਾਦ ਉਸੇ ਵੇਲੇ ਕਰ ਦਿੰਦਾ। ਜਿਵੇਂ ਕਿ ਇਹਦਾ ਜ਼ਹਿਰ ਕਾਫੀ ਜ਼ਹਿਰੀਲਾ ਹੁੰਦਾ, ਤੇ ਜਿਵੇਂ ਇਹ ਵੀ ਤੁਸੀਂ ਦੱਸ ਰਹੇ ਹੋ ਕਿ ਕਰੋੜਾਂ ਰੁਪਈਆਂ ਦੇ ਵਿੱਚ ਦਾ ਜਿਹੜਾ ਬੂੰਦ ਜ਼ਹਿਰ ਵਿਕਦਾ, ਕਿ ਉਹਨਾਂ ਵਿਅਕਤੀਆਂ ਦੀ ਮੌਤ ਨਹੀਂ ਹੁੰਦੀ ਜਿਨ੍ਹਾਂ ਵੱਲੋਂ ਇਹਨਾਂ ਦਾ ਸੇਵਨ ਕੀਤਾ ਜਾਂਦਾ ਹੈ? ਨਹੀਂ, ਇਹਨੂੰ ਡਿਲੂਟ ਕੀਤਾ ਜਾਂਦਾ ਹੈ। ਇਹਦੇ ਜ਼ਹਿਰ ਨੂੰ ਇਹ ਕਿ ਜਿਹਨੂੰ ਨਸ਼ੇ ਜ਼ਿਆਦਾ ਲੱਗੇ ਹੁੰਦੇ ਨੇ, ਜਿਹਨੂੰ ਸ਼ਰਾਬ ਦਾ ਨਸ਼ਾ ਨਹੀਂ ਹੁੰਦਾ, ਜਿਹਨੂੰ ਚਰਸ ਦਾ ਨਸ਼ਾ ਨਹੀਂ ਹੁੰਦਾ, ਜਿਹਨੂੰ ਗੋਲੀ ਕੈਪਸੂਲ ਦਾ ਨਸ਼ਾ ਨਹੀਂ ਹੁੰਦਾ, ਜਿਹਨੂੰ ਫਿਰ ਚਿੱਟੇ ਦਾ ਨਸ਼ਾ ਨਹੀਂ ਹੁੰਦਾ, ਤਾਂ ਉਹ ਫਿਰ ਦੇਖਦੇ ਆ ਕਿ ਸੱਪ ਦੇ ਜ਼ਹਿਰ ਦਾ ਨਸ਼ਾ ਕਰੀਏ, ਕਿਉਂਕਿ ਬਹੁਤ ਤੇਜ਼ ਹੁੰਦਾ ਵਾ। ਫਿਰ ਉਹਨਾਂ ਨੂੰ ਇਹ ਜ਼ਹਿਰ ਦਿੱਤਾ ਜਾਂਦਾ ਵਾ ਜਾਂ ਮੁੱਲ ਖਰੀਦ ਕੇ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਸੱਪ ਡਸ ਵੀ ਜਾਂਦਾ ਹੈ, ਜ਼ਹਿਰੀਲਾ ਸੱਪ ਵੀ ਹੁੰਦਾ ਹੈ, ਪਰ ਉਹਨਾਂ ਦੀ ਮੌਤ ਨਹੀਂ ਹੁੰਦੀ। ਕੀ ਕਾਰਨ ਕੀ ਹੁੰਦਾ ਹੈ?
ਨਹੀਂ, ਉਹ ਜ਼ਹਿਰੀਲਾ ਸੱਪ ਨਹੀਂ ਹੋਏਗਾ, ਇਹਦਾ ਦੱਸਿਆ ਤੇ ਬਚਦਾ ਹੀ ਨਹੀਂ ਆ। ਆਮ ਸੱਪ ਜਿਹੜੇ ਡਸ ਜਾਂਦੇ ਨੇ ਉਹਨਾਂ 'ਚ ਪੋਇਜ਼ਨ ਨਹੀਂ ਹੁੰਦਾ, ਆਦਮੀ ਵੀ ਹੋ ਜ਼ਰੂਰ ਹੋ ਜਾਂਦਾ। ਨਿਸ਼ਾਨ ਦੇਖੇ ਸੀ ਤੁਹਾਡੇ ਹੱਥਾਂ ਤੇ, ਇੱਕ ਵਾਰੀ ਜ਼ੂਮ ਇਨ ਕਰਕੇ ਇਹ ਨਿਸ਼ਾਨ ਦਿਖਾਏ ਜਾਣ, ਮੈਂ ਕੈਮਰਾਮੈਨ ਕਹੂੰਗਾ ਜੀ ਸਾਹਿਬ ਨਿਸ਼ਾਨ ਕਾਹਦੇ ਨੇ ਹੱਥਾਂ ਦੇ ਉੱਤੇ? ਇਹ ਕਦੀ ਕਦੀ ਸੱਪ ਜਿਹੜੇ ਆ ਮੈਨੂੰ ਬਾਈਟ ਕਰ ਲੈਂਦੇ ਨੇ, ਮੈਂ ਦਿਲਵਦੀ ਕਰ ਜਾਂਦਾ ਵਾਂ, ਮੈਨੂੰ ਕਦੀ ਕੱਟ ਲੈਂਦੇ ਆ। ਮੈਂ ਜਦੋਂ ਸੋਚਦਾ ਕਿ ਇਸ ਸੱਪ ਦੇ ਵਿੱਚ ਉਹੋ ਜਿਹਾ ਜ਼ਹਿਰ ਨਹੀਂ ਜਿਹੜਾ ਮੈਨੂੰ ਮਾਰ ਸਕੇ ਜਾਂ ਮਰ ਸਕਿਆ, ਤਾਂ ਸੱਪ ਦਾ ਜ਼ੋਰ ਜ਼ਿਆਦਾ ਚੱਲ ਜਾਂਦਾ, ਉਹ ਫਿਰ ਮੈਨੂੰ ਕਦੀ ਕੱਟ ਲੈਂਦੇ ਨੇ। ਪਰ ਪਬਲਿਕ ਇਸ ਕਰਕੇ ਮਰ ਜਾਂਦੀ ਹੈ ਜ਼ਿਆਦਾ ਕਿ ਸੱਪ ਜ਼ਹਿਰੀਲਾ ਨਾ ਹੋਣ ਦੇ ਬਾਵਜੂਦ ਵੀ ਜਦੋਂ ਸੱਪ ਇਹਨਾਂ ਨੂੰ ਕੱਟ ਲੈਂਦਾ ਤਾਂ ਉਹ ਹਾਰਟ ਅਟੈਕ ਨਾਲ ਹੀ ਮਰ ਜਾਂਦੇ ਆ। ਖੌਫ ਹੁੰਦਾ ਉਹਨਾਂ ਦੇ ਦਿਲ ਦੇ ਵਿੱਚ ਕਿ ਸ਼ਾਇਦ ਹੁਣ ਮੈਨੂੰ ਸੱਪ ਡਸ ਗਿਆ ਤੇ ਮੇਰੀ ਮੌਤ ਹੋ ਜਾਏਗੀ। ਹਾਂ, ਬਸ ਹਾਰਟ ਅਟੈਕ ਹੀ ਉਹਨਾਂ ਨੂੰ ਹੋ ਜਾਂਦਾ ਹੈ। ਕਿਸੇ ਵੇਲੇ ਇਹ ਹੁੰਦਾ ਹੈ ਕਿ ਸੱਪ ਜ਼ਹਿਰੀਲਾ ਨਹੀਂ ਹੁੰਦਾ, ਕੁਛ ਨਹੀਂ ਹੁੰਦਾ। ਕਈ ਵਾਰੀ ਲੋਕਾਂ ਨੇ ਮੈਨੂੰ ਫੋਟੋਆਂ ਦਿਖਾਈਆਂ, ਸੱਪ ਕੱਟ ਗਿਆ, ਤਾਂ ਮੈਂ ਕਹਿ ਦਿੰਦਾ ਹੁੰਦਾ ਸੀ ਕਿ ਤੁਹਾਨੂੰ ਕੁਛ ਨਹੀਂ ਹੋਏਗਾ, ਤੁਸੀਂ ਹਸਪੀਟਲ ਚਲੇ ਜਾਓ, ਇਸ 'ਚ ਮੌਤ ਨਹੀਂ ਹੁੰਦੀ, ਬੇਹੋਸ਼ ਜ਼ਰੂਰ ਹੁੰਦੀ ਹੈ। ਸੋ ਧੰਨਵਾਦ। ਇਹ ਸਨ ਅਸ਼ੋਕ ਜੋਸ਼ੀ, ਜਿਨ੍ਹਾਂ ਦੇ ਵੱਲੋਂ ਹਰ ਰੋਜ਼ ਕਈ ਤਰ੍ਹਾਂ ਦੇ ਜਿਹੜੇ ਆ ਸਨੇਕ ਸੱਪ ਫੜੇ ਜਾਂਦੇ ਨੇ। ਅੱਜ ਵੀ ਉਹਨਾਂ ਦੇ ਵੱਲੋਂ ਇੱਕ ਫਨੀਅਰ ਯਾਨੀ ਕਿ ਕੋਬਰਾ ਸੱਪ ਨੂੰ ਫੜਿਆ ਗਿਆ, ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਕਾਫੀ ਲੰਮੇ ਸਮੇਂ ਤੋਂ ਇਹ ਸੇਵਾਵਾਂ ਨਿਭਾ ਰਹੇ ਨੇ, ਪਰ ਆਪਣੀ ਜਾਨ ਜਿਹੜੀ ਆ ਉਹ ਖਤਰੇ ਵਿੱਚ ਪਾ ਕੇ ਲੋਕਾਂ ਦੀ ਜਿਹੜੀ ਆ ਉਹ ਸਮੱਸਿਆ ਦਾ ਹੱਲ ਵੀ ਕਰਦੇ ਨੇ, ਲੋਕਾਂ ਦੀ ਜਿਹੜੀ ਆ ਉਹ ਲਗਾਤਾਰ ਸਮਾਜ ਸੇਵਾ ਵੀ ਕਰ ਰਹੇ ਨੇ। ਤਾਂ ਹੁਣ ਉਹਨਾਂ ਦੇ ਵੱਲੋਂ ਜੇ ਕੋਬਰਾ ਸੱਪ ਫੜਿਆ ਗਿਆ ਤਾਂ ਕੁਝ ਸਮੇਂ ਬਾਅਦ ਇਹਨਾਂ ਦੇ ਵੱਲੋਂ ਇਸ ਨੂੰ ਜੰਗਲ ਦੇ ਵਿੱਚ ਛੱਡਿਆ ਜਾਵੇਗਾ। ਕੈਮਰਾਮੈਨ ਅਚਦੀਪ ਜਗਤਾਰ ਸਿੰਘ ਮਾਲਾ, ਸਕਾਈ ਨਿਊਜ਼ ਪੰਜਾਬ, ਅੰਮ੍ਰਿਤਸਰ।